केंद्रीय राज मंत्री सोम प्रकाश ਨੂੰ ਮਿਲੀ ਧਮਕੀ। ਮੋਹਾਲੀ ਵਾਲੇ ਘਰ ਦੇ ਵਿੱਚ ਆਈ ਚਿੱਠੀ। ਮੰਤਰੀ ਨੇ ਡੀਜੀਪੀ ਨੂੰ ਦਿੱਤੀ ਸ਼ਿਕਾਇਤ। ਪੁਲਿਸ ਖੰਗਾਲ ਰਹੀ ਸੀਸੀਟੀਵੀ, ਪਰ ਚਿੱਠੀ ਦੇ ਵਿੱਚ ਕਿਸੇ ਗੈਂਗਸਟਰ ਜਾਂ ਫਿਰ ਜਥੇਬੰਦੀ ਦਾ ਜ਼ਿਕਰ ਨਹੀਂ। ਡੈਪੂਟੇਸ਼ਨ ਦੀ ਇੱਛਾ ਦੇ ਵਿਚਾਲੇ ਡੀਜੀਪੀ ਵੀਕੇ ਪਾਵਰਾ ਨੇ 2 ਮਹੀਨਿਆਂ ਦੀ ਛੁੱਟੀ ਦੇ ਲਈ ਪਾਈ ਅਰਜ਼ੀ। ਇਸ ਤੋਂ ਪਹਿਲਾਂ ਚਿੱਠੀ ਲਿਖ ਕੇ ਜਤਾਈ ਸੀ ਡੈਪੂਟੇਸ਼ਨ ਤੇ ਜਾਣ ਦੀ ਮੰਗ। 2 ਜੁਲਾਈ ਤੋਂ ਛੁੱਟੀ ਦੇ ਉੱਤੇ ਜਾ ਸਕਦੇ ਨੇ ਵੀਕੇ ਪਾਵਰਾ। ਪੰਜਾਬੀਆਂ ਦੇ ਲਈ ਖੁਸ਼ਖਬਰੀ ਲੈ ਕੇ ਆਈ 1 ਜੁਲਾਈ। ਸੀਐਮ ਮਾਨ ਨੇ 300 ਯੂਨਿਟ ਬਿਜਲੀ ਮੁਆਫੀ ਦੇ ਨਾਲ 31 ਦਸੰਬਰ ਤੱਕ ਬਕਾਇਆ ਵੀ ਮਾਫ ਕਰਨ ਦਾ ਕੀਤਾ ਐਲਾਨ। ਹਰ ਵਰਗ ਤੇ ਹਰ ਕਿਲੋਵਾਟ ਦੇ ਬਿੱਲਾਂ ਦੇ ਉੱਤੇ ਵੱਜੇਗੀ ਲਕੀਰ। ਰਾਸ਼ਟਰਪਤੀ ਚੋਣਾਂ ਦੇ ਵਿੱਚ ਐਨਡੀਏ ਦੇ ਨਾਲ ਅਕਾਲੀ ਦਲ ਸੁਖਬੀਰ ਬਾਦਲ ਨੇ ਦ੍ਰੋਪਦੀ ਮੁਰਮੂ ਦੇ ਨਾਲ ਮੁਲਾਕਾਤ ਕਰਕੇ ਸਮਰਥਨ ਦੇਣ ਦਾ ਕੀਤਾ ਐਲਾਨ। ਕਿਹਾ ਬੀਜੇਪੀ ਨਾਲ ਮਤਭੇਦ, ਪਰ ਪਛੜਿਆਂ ਦੇ ਨਾਲ ਪਾਰਟੀ ਹਮੇਸ਼ਾ ਖੜੀ। ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ। ਭੁਪਿੰਦਰ ਹਨੀ ਦੀ ਰੈਗੂਲਰ ਬੇਲ ਹੋਈ ਮਨਜ਼ੂਰ। ਮਨੀ ਲਾਂਡਰਿੰਗ ਕੇਸ ਦੇ ਵਿੱਚ ਈਡੀ ਨੇ ਕੀਤਾ ਸੀ ਗ੍ਰਿਫਤਾਰ। ਰਿਸ਼ਵਤਖੋਰਾਂ ਤੇ ਐਕਸ਼ਨ ਜਾਰੀ। ਨਵਾਂ ਸ਼ਹਿਰ ਦੇ ਵਿੱਚ ਪਟਵਾਰੀ, ਹੁਸ਼ਿਆਰਪੁਰ ਦੇ ਵਿੱਚ ਪੰਚਾਇਤ ਸਕੱਤਰ ਅਤੇ ਗੁਰਦਾਸਪੁਰ ਦੇ ਵਿੱਚ ਖਜ਼ਾਨਾ ਦਫ਼ਤਰ ਦਾ ਕਲਰਕ ਰਿਸ਼ਵਤ ਲੈਂਦੇ ਕਾਬੂ। ਦੇਸ਼ ਭਰ ਦੇ ਵਿੱਚ ਸਿੰਗਲ ਯੂਜ਼ ਪਲਾਸਟਿਕ ਤੇ ਲੱਗਿਆ ਬੈਨ। ਲਿਫਾਫਿਆਂ ਸਣੇ 19 ਆਈਟਮਾਂ ਦੇ ਉੱਤੇ ਕੇਂਦਰ ਨੇ ਲਗਾਈ ਰੋਕ। ਉਲੰਘਣਾ ਕਰਨ ਦੇ ਉੱਤੇ 25,000 ਰੁਪਏ ਤੱਕ ਜੁਰਮਾਨਾ ਤੇ ਹੋ ਸਕਦੀ ਹੈ ਜੇਲ੍ਹ। न्यूज हेडलाइंस के प्रायोजक वीजा गुरु गौरव तलवार। पे ऑल फी आफ्टर वीजा। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ। ਫਰਕ ਤਾਂ ਪੈਂਦਾ ਦੇ ਵਿੱਚ ਪੰਜਾਬ ਦੀ ਹਰ ਖਬਰ ਦੇ ਨਾਲ ਅਸੀਂ ਤੁਹਾਨੂੰ ਰੂਬਰੂ ਕਰਵਾਵਾਂਗੇ ਉਸ ਖਬਰ ਦੇ ਨਾਲ ਜਿਸ ਨਾਲ ਤੁਹਾਨੂੰ ਸਾਨੂੰ ਸਾਰਿਆਂ ਨੂੰ ਫਰਕ ਤਾਂ ਪੈਂਦਾ ਹੈ। 1 ਜੁਲਾਈ ਦਾ ਦਿਨ ਪੰਜਾਬ ਦੇ ਲੋਕਾਂ ਦੇ ਲਈ ਖੁਸ਼ਖਬਰੀ ਜ਼ਰੂਰ ਲੈ ਕੇ ਆਇਆ, ਖਾਸ ਤੌਰ ਤੇ ਜਿਹੜੇ ਬਿਜਲੀ ਉਪਭੋਗਤਾਵਾਂ ਨੇ ਉਹਨਾਂ ਦੇ ਲਈ। ਪੰਜਾਬ ਦੇ ਵਿੱਚ ਹੁਣ ਹਰ ਪਰਿਵਾਰ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦੇ ਮਿਲਣਗੇ। ਹਾਲਾਂਕਿ ਇਸ ਦੇ ਵਿੱਚ ਸਰਕਾਰ ਦੇ ਵੱਲੋਂ ਜਿਹੜੀਆਂ ਸ਼ਰਤਾਂ ਤੈਅ ਕੀਤੀਆਂ ਗਈਆਂ ਨੇ ਉਸ ਦੀ ਪਾਲਣਾ ਤਾਂ ਕਰਨੀ ਹੋਵੇਗੀ। ਪੰਜਾਬ ਦੇ ਵਿੱਚ 2 ਮਹੀਨੇ ਬਾਅਦ ਬਿਜਲੀ ਦਾ ਬਿੱਲ ਬਣਦਾ ਹੈ। ਅਜਿਹੇ 'ਚ ਇੱਕ ਬਿੱਲ ਦੇ ਵਿੱਚ 600 ਯੂਨਿਟ ਮੁਫਤ ਬਿਜਲੀ ਮਿਲੇਗੀ। ਜੇਕਰ 2 ਮਹੀਨੇ ਦੇ ਵਿੱਚ ਬਿਜਲੀ ਦੀ ਖਪਤ 600 ਯੂਨਿਟ ਤੋਂ 1 ਯੂਨਿਟ ਵੀ ਜ਼ਿਆਦਾ ਹੋਈ ਤਾਂ ਫਿਰ ਪੂਰਾ ਬਿੱਲ ਦੇਣਾ ਹੋਵੇਗਾ। ਸਰਕਾਰ ਦਾ ਦਾਅਵਾ ਹੈ ਕਿ ਇਸ ਦੇ ਨਾਲ ਪੰਜਾਬ ਦੇ 73 ਲੱਖ ਪਰਿਵਾਰਾਂ ਨੂੰ ਫਾਇਦਾ ਹੋਵੇਗਾ, ਜਦੋਂ ਕਿ ਮੁਫਤ ਬਿਜਲੀ ਦੇ ਲਈ ਸਰਕਾਰ ਦੇ ਵੱਲੋਂ ਕੁਝ ਸ਼ਰਤਾਂ ਰੱਖੀਆਂ ਗਈਆਂ ਨੇ। ਜਿਵੇਂ ਕਿ ਜਨਰਲ ਕੈਟਾਗਰੀ ਨੂੰ 2 ਮਹੀਨੇ ਦੇ ਵਿੱਚ 600 ਯੂਨਿਟ ਮੁਫਤ ਬਿਜਲੀ ਮਿਲੇਗੀ। ਜੇਕਰ 1 ਯੂਨਿਟ ਜ਼ਿਆਦਾ ਹੋਇਆ ਤਾਂ ਪੂਰਾ ਬਿੱਲ ਦੇਣਾ ਹੋਵੇਗਾ। 1 ਕਿਲੋਵਾਟ ਕਨੈਕਸ਼ਨ ਤੱਕ ਐਸਸੀ ਕੈਟਾਗਰੀ ਨੂੰ 600 ਯੂਨਿਟ ਪੂਰੀ ਤਰ੍ਹਾਂ ਮੁਫਤ ਰਹਿਣਗੇ। ਜੇ ਉਹ ਜ਼ਿਆਦਾ ਖਰਚ ਕਰਦੇ ਨੇ ਤਾਂ ਉਹਨਾਂ ਨੂੰ ਸਿਰਫ 600 ਤੋਂ ਬਾਅਦ ਵਾਲੇ ਯੂਨਿਟਸ ਦਾ ਹੀ ਬਿੱਲ ਦੇਣਾ ਹੋਵੇਗਾ। 1 ਕਿਲੋਵਾਟ ਤੋਂ ਜ਼ਿਆਦਾ ਕਨੈਕਸ਼ਨ ਵਾਲੇ ਐਸਸੀ ਕੈਟਾਗਰੀ ਨੂੰ 600 ਯੂਨਿਟ ਤੋਂ ਜ਼ਿਆਦਾ ਖਰਚ ਹੋਣ ਤੇ ਪੂਰਾ ਬਿੱਲ ਦੇਣਾ ਹੋਵੇਗਾ। ਜੇਕਰ ਇਨਕਮ ਟੈਕਸ ਭਰਦੇ ਹੋ ਅਤੇ 600 ਯੂਨਿਟ ਤੋਂ ਜ਼ਿਆਦਾ ਬਿਜਲੀ ਖਰਚ ਹੋਈ ਤਾਂ ਪੂਰਾ ਬਿੱਲ ਦੇਣਾ ਹੋਵੇਗਾ। ਤਾਂ ਪੂਰਾ ਗੁਣਾ ਗਣੀ ਤੁਸੀਂ ਵੀ ਆਪਣੇ ਦਿਮਾਗ ਦੇ ਵਿੱਚ ਰੱਖਿਓ। 2 ਚੀਜ਼ਾਂ ਹੋਣਗੀਆਂ। ਇੱਕ, ਜੇਕਰ ਤੁਸੀਂ ਘੱਟ ਬਿਜਲੀ ਦਾ ਇਸਤੇਮਾਲ ਕਰ ਰਹੇ ਹੋ ਤਾਂ ਸੂਬੇ ਦੇ ਵਿੱਚ ਜਿਹੜੀ ਬਿਜਲੀ ਦੀ ਡਿਮਾਂਡ ਹੈ ਉਹ ਘਟੇਗੀ। ਜੇ ਬਿਜਲੀ ਦੇ ਪਾਵਰ ਕੱਟ ਲੱਗ ਰਹੇ ਨੇ ਤਾਂ ਉਹ ਘਟਣਗੇ। ਤੇ ਦੂਜਾ ਸਭ ਤੋਂ ਵੱਡਾ ਫਾਇਦਾ ਹੋਏਗਾ ਕਿ ਜੇਕਰ ਤੁਸੀਂ ਬਿਜਲੀ ਦੀ ਬਚਤ ਕੀਤੀ ਤੇ 300 ਯੂਨਿਟ ਤੋਂ ਹੇਠਾਂ ਹੀ ਆਪਣਾ ਬਿੱਲ ਰੋਕ ਲਿਆ ਤਾਂ ਫਿਰ ਫਾਇਦਾ ਹੀ ਫਾਇਦਾ, 300 ਯੂਨਿਟਾਂ ਵਾਲਾ ਫਾਇਦਾ। ਯਾਨੀ ਹੁਣ ਬਿਜਲੀ ਬਚਤ ਦੇ ਨਾਲ ਫਰਕ ਤਾਂ ਪੈਂਦਾ ਹੈ। ਤਾਂ 1 ਜੁਲਾਈ ਤੋਂ ਮੁਫਤ ਬਿਜਲੀ ਮਿਲਣ ਦੀ ਗਾਰੰਟੀ ਤਾਂ ਮਿਲ ਚੁੱਕੀ ਹੈ, ਪਰ ਇਸ ਦੇ ਨਾਲ ਹੀ ਇੱਕ ਹੋਰ ਖੁਸ਼ਖਬਰੀ ਵੀ ਪੰਜਾਬੀਆਂ ਦੇ ਲਈ ਆਈ ਬਿਜਲੀ ਬਿੱਲ ਨੂੰ ਲੈ ਕੇ। ਤੇ ਉਹ ਖੁਸ਼ਖਬਰੀ ਸੀ ਬਿੱਲ ਮੁਆਫ ਹੋਣ ਦੀ। ਜੋ 31 ਦਸੰਬਰ 2021 ਤੱਕ ਸਾਰਿਆਂ ਦੇ ਪੈਂਡਿੰਗ ਬਿੱਲ ਨੇ ਉਹ ਹੁਣ ਸਰਕਾਰ ਨੇ ਮਾਫ ਕਰ ਦਿੱਤੇ ਨੇ। 31 दिसंबर से पहले जितने भी किलोवाट का आपका बिल है वो भी सारा माफ हो गया। ਮੁੱਖ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਕਿ ਇਸ ਸਕੀਮ ਦਾ ਲਾਭ ਹਰ ਕਿਲੋਵਾਟ ਵਾਲੇ ਉਠਾ ਸਕਣਗੇ ਅਤੇ ਹਰ ਕਿਲੋਵਾਟ ਵਾਲਿਆਂ ਦੇ ਪੈਂਡਿੰਗ ਬਿੱਲ ਮੁਆਫ ਹੋਣਗੇ। हाँ जी, एक अफवाह फैल गई थी कि शायद 2 किलोवाट 1 किलोवाट वाले माफ करेंगे। जिसके भी बिल हैं वो 1 किलोवाट 2 किलोवाट 4 किलोवाट 5 किलोवाट वो बिल सारे माफ होंगे। ਵੋਟਾਂ ਤੋਂ ਪਹਿਲਾਂ ਜਾਰੀ ਕੀਤੀਆਂ ਗਰੰਟੀਆਂ ਦੇ ਵਿੱਚੋਂ ਇਹ ਗਰੰਟੀ ਵੀ ਪੰਜਾਬ ਸਰਕਾਰ ਹੁਣ ਪੂਰਾ ਕਰਨ ਦਾ ਦਾਅਵਾ ਕਰ ਰਹੀ ਹੈ।
ਤਾਂ ਬਿਜਲੀ ਦੇ ਬਿੱਲ ਵੀ 31 ਦਸੰਬਰ ਤੋਂ ਪਹਿਲਾਂ ਵਾਲੇ ਮਾਫ ਹੋਏ ਨੇ। ਯਾਨੀ ਕਿ ਜੇਕਰ ਤੁਸੀਂ ਗਰਮੀ ਦੇ ਸੀਜ਼ਨ ਦੇ ਵਿੱਚ ਬਹੁਤ ਸਾਰੇ ਸ਼ਾਇਦ ਹੋ ਸਕਦਾ ਅਜਿਹੇ ਘਰ ਹੋਣ ਜੋ ਕਨੈਕਸ਼ਨ ਕੱਟੇ ਗਏ ਜਾਂ ਫਿਰ ਜਿਨ੍ਹਾਂ ਦਾ ਬਕਾਇਆ ਬਿੱਲ ਬਹੁਤ ਜ਼ਿਆਦਾ ਆ ਰਿਹਾ ਸੀ, ਤਾਂ ਹੁਣ ਉਹਨਾਂ ਦੇ ਲਈ ਚੰਗੀ ਖਬਰ ਇਹ ਹੈ ਕਿ 31 ਦਸੰਬਰ ਤੋਂ ਪਹਿਲਾਂ ਵਾਲੇ ਬਿਜਲੀ ਦੇ ਉੱਤੇ ਲਕੀਰ ਮਾਰ ਦਿੱਤੀ ਗਈ ਹੈ। ਤੇ ਇੱਕ ਪਾਸੇ ਖੇਤਾਂ ਦੇ ਵਿੱਚ ਝੋਨੇ ਦੀ ਬਿਜਾਈ ਦਾ ਕੰਮ ਜੰਗੀ ਪੱਧਰ ਦੇ ਉੱਤੇ ਜਾਰੀ ਹੈ, ਜਿਸ ਨੂੰ ਲੈ ਕੇ ਮੁੱਖ ਮੰਤਰੀ ਨੇ ਬਿਜਲੀ ਪੂਰੀ ਦੇਣ ਦਾ ਦਾਅਵਾ ਵੀ ਕੀਤਾ ਹੈ। ਤੇ ਸੀਐਮ ਨੇ ਕਿਹਾ ਕਿ ਪਹਿਲਾਂ ਜੂਨ ਦੇ ਮਹੀਨੇ ਵੱਡੇ ਕੱਟਾਂ ਦੀਆਂ ਖਬਰਾਂ ਆਉਂਦੀਆਂ ਸਨ ਤੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾਂਦੇ ਸੀ, ਪਰ ਇਸ ਵਾਰ ਕਿਸਾਨਾਂ ਨੂੰ ਪੂਰੀ ਬਿਜਲੀ ਮਿਲ ਰਹੀ ਹੈ ਤੇ ਅਜੇ ਤੱਕ ਬਿਜਲੀ ਘੱਟ ਮਿਲਣ ਦੀ ਇੱਕ ਵੀ ਸ਼ਿਕਾਇਤ ਨਹੀਂ ਆਈ। ਝੋਨੇ ਵਾਸਤੇ ਜੋ ਜੂਨ ਦੇ ਮਹੀਨੇ 'ਚ ਬਿਜਲੀ ਦੇ ਕੱਟ ਲੱਗਦੇ ਹੁੰਦੇ ਸੀ, ਰੌਲਾ ਪੈਂਦਾ ਹੁੰਦਾ ਸੀ, ਇਸ ਵਾਰ ਇੱਕ ਵੀ ਸ਼ਿਕਾਇਤ ਬਿਜਲੀ ਦੇ ਕੱਟਾਂ ਨੂੰ ਜਾਂ ਘਰੇਲੂ ਜਾਂ ਖੇਤਾਂ ਵਾਲੀ ਉਹਨੂੰ ਲੈ ਕੇ ਇੱਕ ਵੀ ਸ਼ਿਕਾਇਤ ਨਹੀਂ ਆਈ। ਸੀਐਮ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਸੀਐਮ ਨੇ 31 ਦਸੰਬਰ 2021 ਤੋਂ ਪੁਰਾਣੇ ਬਿੱਲਾਂ ਨੂੰ ਮਾਫ ਕਰਨ ਦਾ ਐਲਾਨ ਕੀਤਾ। ਤਾਂ ਬਿਜਲੀ ਦੇ ਬਿੱਲ ਮਾਫ ਹੋਏ ਨੇ ਤੇ ਸਭ ਦੇ ਵਿਚਾਲੇ ਦਾਅਵਾ ਹੋ ਰਿਹਾ ਕਿ ਬਿਜਲੀ ਦੇ ਕੱਟ ਇਸ ਵਾਰ ਨਹੀਂ ਲੱਗ ਰਹੇ। ਖੈਰ ਮੌਨਸੂਨ ਦੀ ਦਸਤਕ ਹੋ ਚੁੱਕੀ ਹੈ, ਯਾਨੀ ਕਿ ਜਦੋਂ ਮੀਂਹ ਪੈ ਜਾਂਦੇ ਨੇ ਤਾਂ ਫਿਰ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਤਾਂ ਝੋਨੇ ਦੇ ਵਿੱਚ ਪਾਣੀ ਘੱਟ ਲਗਾਉਣਾ ਪੈਂਦਾ ਹੈ ਤੇ ਦੂਜਾ ਬਿਜਲੀ ਦੀ ਡਿਮਾਂਡ ਘਰਾਂ ਦੇ ਵਿੱਚ ਵੀ ਘਟ ਜਾਂਦੀ ਹੈ, ਕਿਉਂਕਿ ਏਸੀ ਕੂਲਰ ਪੱਖੇ ਵੀ ਕਈ ਘੰਟੇ ਤੱਕ ਨਹੀਂ ਚੱਲਦੇ। ਤਾਂ ਕਿਤੇ ਨਾ ਕਿਤੇ ਦੋਵੇਂ ਚੀਜ਼ਾਂ ਆਪਸ ਦੇ ਵਿੱਚ ਮੈਚ ਹੋ ਰਹੀਆਂ ਨੇ। ਸਰਕਾਰ ਦਾਅਵਾ ਕਰ ਰਹੀ ਹੈ ਕਿ ਬਿਜਲੀ ਦੀ ਸਪਲਾਈ ਕਿਸਾਨਾਂ ਨੂੰ ਪੂਰੀ ਦਿੱਤੀ ਜਾ ਰਹੀ ਹੈ। ਅੱਗੇ ਵਧਦੇ ਹਾਂ ਤੇ ਹੁਣ ਸਾਡੇ ਵਾਰੀ ਅੱਜ ਦੇ ਸਵਾਲ ਦੀ ਹੈ। ਸਾਡਾ ਅੱਜ ਦਾ ਸਵਾਲ ਬਿਜਲੀ ਬੋਰਡ ਦੇ ਨਾਲ ਹੀ ਜੁੜਿਆ ਹੋਇਆ ਹੈ। ਬਿਜਲੀ ਨੂੰ ਲੈ ਕੇ ਖੂਬ ਚਰਚਾ, 1 ਜੁਲਾਈ ਦਾ ਦਿਨ ਹੈ, ਇਸ ਕਰਕੇ ਅਸੀਂ ਸਵਾਲ ਵੀ ਅੱਜ ਇਸ ਦੇ ਮੁਤਲਕ ਹੀ ਤੁਹਾਨੂੰ ਪੁੱਛ ਰਹੇ ਹਾਂ। ਪੰਜਾਬ ਰਾਜ ਬਿਜਲੀ ਬੋਰਡ ਕਦੋਂ ਭੰਗ ਕੀਤਾ ਗਿਆ? ਪੰਜਾਬ ਰਾਜ ਬਿਜਲੀ ਬੋਰਡ, ਤੁਹਾਨੂੰ ਯਾਦ ਹੋਏਗਾ ਕਿ ਪਹਿਲਾਂ PSEB ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਹੁੰਦਾ ਸੀ, ਜੋ ਹੁਣ PSPCL ਬਣ ਗਿਆ। ਤਾਂ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਕਦੋਂ ਭੰਗ ਕੀਤਾ ਗਿਆ? 4 ਆਪਸ਼ਨ ਤੁਹਾਨੂੰ ਦੇ ਰਹੇ ਹਾਂ। ਸਾਲ ਨੇ 1996 ਚ ਕੀਤਾ ਗਿਆ, 2010 ਚ ਕੀਤਾ ਗਿਆ, 2018 ਚ ਕੀਤਾ ਗਿਆ ਜਾਂ ਫਿਰ 1985 ਦੇ ਵਿੱਚ ਕੀਤਾ ਗਿਆ। ਕਦੋਂ ਜਿਹੜਾ ਪੰਜਾਬ ਰਾਜ ਬਿਜਲੀ ਬੋਰਡ ਭੰਗ ਕੀਤਾ ਗਿਆ ਹੈ? ਤੇ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਦਵਾਂਗੇ ਕਿ ਕਦੋਂ ਭੰਗ ਹੋਇਆ, ਭੰਗ ਕਰਕੇ ਕੀ ਕੁਝ ਨਵਾਂ ਬੋਰਡ ਬਣਾਇਆ ਗਿਆ ਤੇ ਇਸ ਦੇ ਨਾਲ ਕਿਉਂ ਭੰਗ ਕੀਤਾ ਗਿਆ। ਪੂਰੀ ਜਾਣਕਾਰੀ ਇਸ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਅਸੀਂ ਜਵਾਬ ਦੇ ਨਾਲ ਤੁਹਾਡੇ ਤੱਕ ਪਹੁੰਚਾਵਾਂਗੇ। ਹੁਣ ਅੱਗੇ ਵਧਦੇ ਹਾਂ ਤੇ ਗੱਲ ਖੇਤੀ ਕਾਨੂੰਨਾਂ ਦੀ, ਕਿਸਾਨਾਂ ਦੀ MSP ਦੀ। ਜਾਂ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਧਰਨਾ ਪ੍ਰਦਰਸ਼ਨ ਹੋਇਆ, ਕਿਸਾਨਾਂ ਨੇ ਕੀਤਾ ਕਰੀਬ 1 ਸਾਲ। ਤੇ ਇਸ ਵਿਚਾਲੇ ਜਦੋਂ ਧਰਨਾ ਚੁੱਕਿਆ ਗਿਆ ਤਾਂ 2 ਸ਼ਰਤਾਂ ਸੀ, ਇੱਕ ਤਾਂ ਖੇਤੀ ਕਾਨੂੰਨ ਵਾਪਸ ਹੋ ਚੁੱਕੇ ਸੀ ਤੇ ਦੂਜਾ MSP ਨੂੰ ਲੈ ਕੇ ਕਮੇਟੀ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ। ਪਰ ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਭਰ ਦੇ ਕਿਸਾਨਾਂ ਨੇ ਜੋ ਧਰਨਾ ਪ੍ਰਦਰਸ਼ਨ ਕੀਤਾ ਸੀ, ਉਸ ਕਮੇਟੀ ਬਣਾਉਣ ਦੀ ਗੱਲ ਹੁਣ ਕਿਸੇ ਪੁਆਇੰਟ ਦੇ ਉੱਤੇ ਫਸੀ ਹੋਈ ਹੈ, ਜਾਂ ਕਹੀਏ ਕਿ ਗੱਲ ਅੱਗੇ ਵਧੀ ਨਹੀਂ। ਜੋ ਅਜੇ ਤੱਕ ਨਹੀਂ ਬਣੀ ਤੇ ਦਾਅਵਾ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਕੀਤਾ। ਜਦੋਂ ਨਰਿੰਦਰ ਤੋਮਰ ਨੂੰ MSP ਤੇ ਕਮੇਟੀ ਬਣਾਉਣ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਅਜੇ ਤੱਕ SKM ਨੇ ਉਹਨਾਂ ਤੱਕ ਕੋਈ ਨਾਮ ਭੇਜਿਆ ਹੀ ਨਹੀਂ ਤੇ ਇਸ ਕਰਕੇ ਹੀ ਕਮੇਟੀ ਬਾਰੇ ਅਜੇ तक कुछ नहीं होया। नहीं, दरअसल क्या है, संयुक्त मोर्चा की ओर से नाम आना है, नाम नहीं आया है, इसलिए अभी आगे नहीं बढ़ा। ਦੱਸ ਦਈਏ ਕਿ SKM ਦੀ MSP ਨੂੰ ਲੈ ਕੇ ਵੀ ਮੰਗ ਸੀ, ਜਿਸ ਤੇ ਕੇਂਦਰ ਨੇ ਕਮੇਟੀ ਬਣਾਉਣ ਦੀ ਗੱਲ ਕਹੀ ਸੀ, ਪਰ ਕੇਂਦਰ ਦਾ ਦਾਅਵਾ ਹੈ ਕਿ ਅਜੇ ਤੱਕ ਕਿਸਾਨਾਂ ਨੇ ਨਾਮ ਭੇਜੇ ਹੀ ਨਹੀਂ। ਤਾਂ ਆਪੋ ਆਪਣੇ ਦਾਅਵੇ ਜ਼ਰੂਰ ਕੀਤੇ ਜਾ ਰਹੇ ਨੇ ਇਸ ਸਮੇਂ, ਪਰ ਕੇਂਦਰ ਦੀ ਸਰਕਾਰ ਕਹਿ ਰਹੀ ਹੈ ਕਿ ਅਸੀਂ MSP ਦੀ ਕਮੇਟੀ ਬਣਾਉਣ ਨੂੰ ਤਿਆਰ ਹਾਂ, ਪਰ ਕਿਸਾਨਾਂ ਦੇ ਵੱਲੋਂ ਜਿਹੜਾ ਸੰਯੁਕਤ ਸਮਾਜ ਮੋਰਚਾ ਬਣਾਇਆ ਗਿਆ ਸੀ, ਉਹਨਾਂ ਦੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਜਿਹੜਾ ਬਣਾਇਆ ਗਿਆ ਸੀ SKM, ਉਸ ਦੇ ਵੱਲੋਂ ਕਮੇਟੀ ਮੈਂਬਰਾਂ ਦੇ ਨਾਮ ਭੇਜੇ ਹੀ ਨਹੀਂ ਗਏ। ਖੈਰ ਨਾਮ ਕਿਸ ਨੇ ਨਹੀਂ ਭੇਜੇ ਜਾਂ ਕਮੇਟੀ ਕਿਉਂ ਨਹੀਂ ਬਣੀ, ਪਰ MSP ਦੇ ਉੱਤੇ ਗੱਲ ਅੱਗੇ ਵਧੀ ਨਹੀਂ ਹੈ ਤੇ ਜਦੋਂ ਗੱਲ ਅੱਗੇ ਨਾ ਵਧੇ ਫਿਰ ਫਰਕ ਤਾਂ ਪੈਂਦਾ ਹੈ। ਹੁਣ ਗੱਲ ਕਰਦੇ ਹਾਂ ਕਰਪਸ਼ਨ ਦੀ। ਕਰਪਸ਼ਨ ਦੇ ਉੱਤੇ ਹੋ ਰਹੇ ਐਕਸ਼ਨ ਦੀ। ਮਾਨ ਸਰਕਾਰ ਦੇ ਭ੍ਰਿਸ਼ਟਾਚਾਰੀਆਂ ਦੇ ਉੱਤੇ ਸ਼ਿਕੰਜੇ ਦਾ ਫਾਰਮੂਲਾ ਕੰਮ ਕਰ ਰਿਹਾ ਹੈ। ਵਿਜੀਲੈਂਸ ਵਿਭਾਗ ਨੇ ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਗੁਰਦਾਸਪੁਰ ਦੇ ਵਿੱਚ ਭ੍ਰਿਸ਼ਟਾਚਾਰੀਆਂ ਦੇ ਉੱਤੇ ਕਾਰਵਾਈ ਕੀਤੀ। ਹੁਸ਼ਿਆਰਪੁਰ ਦੇ ਵਿੱਚ ਵਿਜੀਲੈਂਸ ਵਿਭਾਗ ਦੀ ਟੀਮ ਨੇ ਪਿੰਡ ਚੰਗੜਮਾ ਦੀ ਮੌਜੂਦਾ ਸਰਪੰਚ ਦੀ ਸ਼ਿਕਾਇਤ ਦੇ ਉੱਤੇ ਪੰਚਾਇਤ ਸਕੱਤਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ। ਉਹਦੇ ਕੋਲੋਂ ਇਹ ਆਡਿਟ ਵਾਲਿਆਂ ਨੂੰ ਕੋਈ ਪੈਸੇ ਦੇਣ ਵਾਸਤੇ ਕਹਿੰਦਾ ਮੈਂ ਕੋਲੋਂ ਦਿੱਤੇ ਆ ਤੇ ਮੈਨੂੰ ਉਹਦੇ ਬਦਲੇ 15,000 ਰੁਪਇਆ ਮੰਗਦਾ ਸੀ। 10,000 ਰੁਪਏ ਦੀ ਗੱਲ ਹੋਈ ਸੀ ਤੇ ਅੱਜ ਇਹ ਜਿਹੜਾ ਸੈਕਟਰੀ, ਪੰਚਾਇਤ ਸੈਕਟਰੀ ਆ, ਇਹਨੂੰ ਇੱਥੋਂ ਤਲਵਾੜੇ ਅੱਡੇ ਤੋਂ 10,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਵਿਜੀਲੈਂਸ ਬਿਊਰੋ ਹੁਸ਼ਿਆਰਪੁਰ ਵੱਲੋਂ। ਉਧਰ ਨਵਾਂ ਸ਼ਹਿਰ ਦੇ ਵਿੱਚ ਇੱਕ ਪਟਵਾਰੀ ਨੂੰ ਇੰਤਕਾਲ ਚੜਾਉਣ ਦੇ ਐਵਜ਼ ਦੇ ਵਿੱਚ 2,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਚੌਥੀ ਗੁਰਦਾਸਪੁਰ ਦੇ ਵਿੱਚ ਖਜ਼ਾਨਾ ਦਫ਼ਤਰ ਦੇ ਕਲਰਕ ਰਜਨੀਸ਼ ਕੁਮਾਰ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਵਿੱਚ ਸਸਪੈਂਡ ਕਰ ਦਿੱਤਾ ਗਿਆ। ਉਹ ਸਾਡੇ ਕੋਲ ਕੋਈ ਕਿਸ ਨਹੀਂ ਐਸੀ ਹੈ ਕਿਉਂਕਿ ਹੈੱਡ ਆਫਿਸ ਸਾਰਾ ਮਾਮਲਾ
ਬਿਲਕੁਲ ਤਾਂ ਸਰ ਸਸਪੈਂਸ਼ਨ ਆਰਡਰ ਆਇਆ ਵੀ ਬੇਨਿਸਬਤ ਦੋਸ਼ਾਂ ਦੇ ਤਹਿਤ ਉਸ ਬੰਦੇ ਨੂੰ ਜਿਹੜਾ ਤੁਰੰਤ ਪ੍ਰਭਾਵ ਨਾਲ ਮਤਲਬ ਕੀਤਾ ਗਿਆ। ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਹੁਣ ਖੇਤੀ ਕਾਨੂੰਨਾਂ ਵੇਲੇ ਬੀਜੇਪੀ ਤੇ ਅਕਾਲੀ ਦਲ ਦਾ ਜਿਹੜਾ 9 ਮਾਸ ਦਾ ਰਿਸ਼ਤਾ ਟੁੱਟਿਆ ਸੀ ਉਸ ਦੀ ਜੋ ਰਾਸ਼ਟਰਪਤੀ ਦੇ ਚੋਣਾਂ ਦੇ ਮੁੱਦੇ ਉੱਤੇ ਮੁੜ ਤੋਂ ਜੁੜਦਾ ਹੋਇਆ ਨਜ਼ਰ ਆ ਰਿਹਾ ਤੇ ਇਸ ਵਾਰ ਰਿਸ਼ਤਾ ਜੋੜਨ ਦਾ ਕਾਰਨ ਵੀ ਚੋਣ ਹੈ ਪਰ ਚੋਣ ਵਿਧਾਇਕ ਜਾਂ ਐਮਪੀ ਬਣਦੀ ਨਹੀਂ ਸਗੋਂ ਰਾਸ਼ਟਰਪਤੀ ਬਣਦੀ ਹੈ ਜਿਸ ਨੂੰ ਲੈ ਕੇ ਇੱਕ ਦਿਨ ਪਹਿਲਾਂ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਫੋਨ ਸੁਖਬੀਰ ਬਾਦਲ ਨੂੰ ਕੀਤਾ ਸੀ ਤੇ ਅਗਲੇ ਦਿਨ ਅਕਾਲੀ ਦਲ ਨੇ ਫੈਸਲਾ ਵੀ ਲੈ ਲਿਆ। ਸੁਖਬੀਰ ਬਾਦਲ ਨੇ ਖੁਦ ਰਾਸ਼ਟਰਪਤੀ ਚੋਣ ਦੇ ਲਈ ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਦਾ ਸਮਰਥਨ ਕਰਨ ਦਾ ਫੈਸਲਾ ਲਿਆ। ਅਸੀਂ ਯੂਨੈਨਿਮਸਲੀ ਫੈਸਲਾ ਕੀਤਾ ਕਿ ਅਸੀਂ ਦ੍ਰੋਪਦੀ ਮੁਰਮੂ ਜੀ ਨੂੰ ਅਸੀਂ ਸਪੋਰਟ ਕਰਾਂਗੇ ਐਜ਼ ਪ੍ਰੈਜ਼ੀਡੈਂਟ। ਸ਼ੁੱਕਰਵਾਰ ਨੂੰ ਅਕਾਲੀ ਦਲ ਦੀ ਕੋਰ ਕਮੇਟੀ ਦੇ ਵਿੱਚ ਲੰਬੇ ਮੰਥਨ ਤੋਂ ਬਾਅਦ ਇਹ ਫੈਸਲਾ ਹੋਇਆ ਤੇ ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਕਾਂਗਰਸ ਦੇ ਵੱਲ ਨਹੀਂ ਜਾ ਸਕਦੇ ਇਸ ਕਰਕੇ ਸਿਆਸੀ ਵਖਰੇਵਿਆਂ ਨੂੰ ਪਾਸੇ ਰੱਖ ਕੇ ਸਹੀ ਰਾਹ ਚੁਣਿਆ ਗਿਆ ਹੈ। ਅਸੀਂ ਕਾਂਗਰਸ ਦੇ ਰਾਹ 'ਚ ਜਾ ਨਹੀਂ ਸਕਦੇ। ਦੂਜੀ ਗੱਲ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਵੀ ਆਈ ਕਹਿੰਦਾ ਹੈ ਕਿ ਗਰੀਬ ਨਾਲ ਮਿਨੋਰਿਟੀ ਨਾਲ ਵੀਕਰ ਸੈਕਸ਼ਨ ਨਾਲ ਅਸੀਂ ਸਦਾ ਉਹਨਾਂ ਦੀ ਲੜਾਈ ਲੜੀ ਹੈ। ਇਸ ਵਾਰ ਵਿਧਾਨ ਸਭਾ ਦੀਆਂ ਚੋਣਾਂ ਅਕਾਲੀ ਦਲ ਨੇ ਬੀਜੇਪੀ ਤੋਂ ਵੱਖ ਹੋ ਕੇ ਲੜੀਆਂ ਸਨ ਪਰ ਹੁਣ ਰਾਸ਼ਟਰਪਤੀ ਚੋਣਾਂ ਦੇ ਲਈ ਅਕਾਲੀ ਦਲ ਬੀਜੇਪੀ ਦੇ ਉਮੀਦਵਾਰ ਨੂੰ ਹੀ ਵੋਟ ਕਰੇਗਾ। ਕਾਬਿਲੇ ਗੌਰ ਇਹ ਵੀ ਹੈ ਕਿ ਅਕਾਲੀ ਦਲ ਬੀਜੇਪੀ ਤੋਂ ਵੱਖ ਹੋ ਕੇ ਲੜਿਆ ਤੇ ਇਸ ਵਾਰ ਜੋ ਰਿਜ਼ਲਟ ਰਹੇ ਉਹ ਕਿਤੇ ਨਾ ਕਿਤੇ ਨਿਰਾਸ਼ਾਜਨਕ ਅਕਾਲੀ ਦਲ ਦੇ ਲਈ ਜ਼ਰੂਰ ਰਹੇ ਨੇ। 117 ਸੀਟਾਂ ਦੇ ਵਿੱਚੋਂ ਅਕਾਲੀ ਦਲ ਦੇ ਖਾਤੇ ਦੇ ਵਿੱਚ ਸਿਰਫ 3 ਸੀਟਾਂ ਆਈਆਂ। ਹਾਲਾਂਕਿ ਅਕਾਲੀ ਦਲ ਇਸ ਵਾਰ ਜਿਹੜੀਆਂ ਚੋਣਾਂ ਲੜਿਆ ਸੀ ਉਹ ਬਹੁਜਨ ਸਮਾਜ ਪਾਰਟੀ ਦੇ ਨਾਲ ਮਿਲ ਕੇ ਲੜਿਆ ਸੀ। 20 ਸੀਟਾਂ ਉਸ ਨੂੰ ਦਿੱਤੀਆਂ ਗਈਆਂ ਸੀ। ਖੈਰ ਇੱਕ ਵੱਡੀ ਚੁਣੌਤੀ ਇਸ ਸਮੇਂ ਜ਼ਰੂਰ ਅਕਾਲੀ ਦਲ ਦੇ ਸਾਹਮਣੇ ਹੈ ਕਿਉਂਕਿ ਸੰਗਰੂਰ ਦੇ ਵਿੱਚ ਜਿਹੜੀ ਜ਼ਿਮਨੀ ਚੋਣ ਹੋਈ ਉੱਥੇ ਵੀ ਪਾਰਟੀ ਦੇ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ 5ਵੇਂ ਨੰਬਰ ਦੇ ਉੱਤੇ ਰਹੇ ਸਨ। ਖੈਰ ਜਦੋਂ ਰਿਸ਼ਤੇ ਟੁੱਟਣ ਤੇ ਕਿਸੇ ਪੁਆਇੰਟ ਦੇ ਉੱਤੇ ਆ ਕੇ ਕਿਸੇ ਵਜ੍ਹਾ ਦੇ ਨਾਲ ਮੁੜ ਤੋਂ ਜੁੜਦੇ ਹੋਏ ਦਿਖਣ ਫਿਰ ਫਰਕ ਤਾਂ ਪੈਂਦਾ ਹੈ। ਉਧਰ ਕੈਪਟਨ ਅਮਰਿੰਦਰ ਸਿੰਘ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਤਸਵੀਰ ਤੁਸੀਂ ਦੇਖ ਰਹੇ ਹੋ ਪਿੱਛੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਬੀਜੇਪੀ ਦੇ ਵਿੱਚ ਰਲੇਵਾਂ ਹੋਣ ਵਾਲਾ ਹੈ। ਇਹ ਰਲੇਵਾਂ ਇਸੇ ਮਹੀਨੇ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਅਜੇ ਵਿਦੇਸ਼ ਦੇ ਵਿੱਚ ਰੀੜ੍ਹ ਦੀ ਹੱਡੀ ਦੀ ਸਰਜਰੀ ਕਰਵਾਉਣ ਗਏ ਨੇ। ਉਹ ਅਗਲੇ ਹਫ਼ਤੇ ਤੱਕ ਭਾਰਤ ਪਰਤ ਸਕਦੇ ਨੇ। ਉਹਨਾਂ ਦੇ ਵਾਪਸ ਆਉਣ ਤੋਂ ਬਾਅਦ ਇਸ ਬਾਰੇ ਪ੍ਰਕਿਰਿਆ ਸ਼ੁਰੂ ਹੋਵੇਗੀ। ਇਸ ਰਲੇਵੇਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਬੀਜੇਪੀ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ। ਖਾਸ ਤੌਰ ਤੇ 2024 ਦੇ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਬੀਜੇਪੀ ਦੀਆਂ 13 ਸੀਟਾਂ ਦੇ ਉੱਤੇ ਵੀ ਫੋਕਸ ਹੈ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਛੱਡਣ ਤੋਂ ਬਾਅਦ ਵੱਖ ਪਾਰਟੀ ਬਣਾਈ। ਪੰਜਾਬ ਲੋਕ ਕਾਂਗਰਸ ਪਾਰਟੀ ਦੇ ਨਾਮ ਨਾਲ ਉਹਨਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ ਜਿਸ ਦੇ ਵਿੱਚ ਬੀਜੇਪੀ ਦਾ ਉਹਨਾਂ ਦੇ ਨਾਲ ਗਠਜੋੜ ਰਿਹਾ। ਹਾਲਾਂਕਿ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ। ਪਾਰਟੀ ਕੈਂਡੀਡੇਟਸ ਦੇ ਨਾਲ ਉਹ ਖੁਦ ਵੀ ਪਟਿਆਲਾ ਸੀਟ ਹਾਰ ਗਏ। ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਛੱਡਣ ਤੋਂ ਬਾਅਦ ਵੱਡੀ ਤਾਦਾਦ ਦੇ ਵਿੱਚ ਕਾਂਗਰਸੀਆਂ ਦੇ ਉਹਨਾਂ ਦੇ ਨਾਲ ਆਉਣ ਦੀ ਉਮੀਦ ਸੀ। ਹਾਲਾਂਕਿ ਅਜਿਹਾ ਨਹੀਂ ਹੋਇਆ। ਕਾਂਗਰਸ ਦੇ ਐਮਐਲਏ ਰਹੇ ਫਤਿਹਜੰਗ ਬਾਜਵਾ ਤੇ ਰਾਣਾ ਗੁਰਮੀਤ ਸੋਢੀ ਚੋਣਾਂ ਤੋਂ ਪਹਿਲਾਂ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਤੇ ਉਹਨਾਂ ਤੋਂ ਬਾਅਦ ਦਿੱਗਜ ਸੁਨੀਲ ਜਾਖੜ ਵੀ ਬੀਜੇਪੀ ਦੇ ਵਿੱਚ ਪਹੁੰਚ ਗਏ। ਇਸ ਤੋਂ ਬਾਅਦ ਸਾਬਕਾ ਕਾਂਗਰਸੀ ਮੰਤਰੀ ਗੁਰਪ੍ਰੀਤ ਕਾਂਗੜ, ਸ਼ਾਮ ਸੁੰਦਰ ਅਰੋੜਾ, ਰਾਜਕੁਮਾਰ ਵੇਰਕਾ ਤੇ ਬਲਬੀਰ ਸਿੱਧੂ ਨੇ ਵੀ ਬੀਜੇਪੀ ਜੁਆਇਨ ਕਰ ਲਈ। ਜ਼ਿਆਦਾਤਰ ਕਾਂਗਰਸੀ ਕੈਪਟਨ ਦੇ ਕਰੀਬੀ ਰਹੇ ਨੇ। ਹੁਣ ਚਰਚਾ ਇਹ ਵੀ ਹੈ ਕਿ ਜੇ ਕੈਪਟਨ ਅਮਰਿੰਦਰ ਸਿੰਘ ਦਾ ਰਲੇਵਾ ਹੁੰਦਾ ਉਹਨਾਂ ਦੀ ਪਾਰਟੀ ਦਾ ਪੰਜਾਬ ਲੋਕ ਕਾਂਗਰਸ ਦਾ ਤਾਂ ਕੈਪਟਨ ਕੀ ਪੰਜਾਬ ਦੇ ਵਿੱਚ ਬੀਜੇਪੀ ਦੇ ਲਈ ਕੀ ਕੋਈ ਵੱਡੀ ਭੂਮਿਕਾ ਦੇ ਵਿੱਚ ਨਜ਼ਰ ਆ ਸਕਦੇ ਨੇ ਜਾਂ ਫਿਰ ਬੀਜੇਪੀ ਉਹਨਾਂ ਨੂੰ ਸੈਂਟਰ ਦੇ ਵਿੱਚ ਕੋਈ ਅਹੁਦਾ ਦੇ ਸਕਦੀ ਹੈ। ਸਵਾਲ ਬਹੁਤ ਸਾਰੇ ਨੇ, ਚਰਚਾਵਾਂ ਵੀ ਬਹੁਤ ਸਾਰੀਆਂ ਨੇ। ਅੱਗੇ ਵਧਦੇ ਹਾਂ, ਅੱਗੇ ਤੁਹਾਨੂੰ ਖਬਰ ਦਿਖਾਵਾਂਗੇ ਕਿ ਮਜਬੂਰੀ ਕਿਸੇ ਨੂੰ ਤਾਂ ਭਿਖਾਰੀ ਬਣਾ ਦਿੰਦੀ ਹੈ, ਕਿਸੇ ਤੋਂ ਚੋਰੀਆਂ ਕਰਵਾ ਦਿੰਦੀ ਹੈ, ਪਰ ਗੁਰਦਾਸਪੁਰ ਦੇ ਵਿੱਚ ਮਜਬੂਰੀ ਨੇ ਇੱਕ ਨੌਜਵਾਨ ਨੂੰ ਕੁੜੀ ਬਣਾ ਦਿੱਤਾ। ਕੀ ਵਜ੍ਹਾ ਸੀ, ਕਿਉਂ ਸੀ, ਉਹ ਤੁਹਾਨੂੰ ਦੱਸਾਂਗੇ ਥੋੜੀ ਦੇਰ ਦੇ ਵਿੱਚ। ਖਬਰ ਤੁਹਾਨੂੰ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਗੱਲ ਨੂਪੁਰ ਸ਼ਰਮਾ ਦੀ। ਜੀ ਹਾਂ, ਸੁਪਰੀਮ ਕੋਰਟ ਨੇ ਬੀਜੇਪੀ ਤੋਂ ਸਸਪੈਂਡਡ ਕੌਮੀ ਬੁਲਾਰਾ ਨੂਪੁਰ ਸ਼ਰਮਾ ਨੂੰ ਜੰਮ ਕੇ ਝਾੜ ਪਾਈ। ਸੁਪਰੀਮ ਕੋਰਟ ਨੇ ਨੂਪੁਰ ਸ਼ਰਮਾ ਨੂੰ ਕਿਹਾ ਕਿ ਤੁਹਾਡੀ ਵਜ੍ਹਾ ਦੇ ਨਾਲ ਦੇਸ਼ ਦਾ ਪੂਰਾ ਮਾਹੌਲ ਵਿਗੜਿਆ ਅਤੇ ਤੁਸੀਂ ਮਾਫੀ ਮੰਗਣ ਦੇ ਵਿੱਚ ਕਾਫੀ ਦੇਰ ਕਰ ਦਿੱਤੀ। ਇਸ ਦੇ ਨਾਲ ਸੁਪਰੀਮ ਕੋਰਟ ਨੇ ਨੂਪੁਰ ਸ਼ਰਮਾ ਦੀ ਉਸ ਪਟੀਸ਼ਨ ਨੂੰ ਵੀ ਖਾਰਿਜ ਕਰ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਸਾਰੀਆਂ FIRs ਨੂੰ ਦਿੱਲੀ ਟ੍ਰਾਂਸਫਰ ਕਰਨ ਦੀ ਗੱਲ ਕਹੀ ਸੀ। ਸੁਪਰੀਮ ਕੋਰਟ ਨੇ ਨੂਪੁਰ ਸ਼ਰਮਾ ਨੂੰ ਕਿਹਾ ਕਿ ਤੁਸੀਂ ਖੁਦ ਨੂੰ ਵਕੀਲ ਕਹਿੰਦੇ ਹੋ, ਫਿਰ ਵੀ ਤੁਸੀਂ ਗੈਰ ਜ਼ਿੰਮੇਦਾਰਾਨਾ ਬਿਆਨ ਦਿੱਤਾ। ਸਖਤ ਟਿੱਪਣੀ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਸੱਤਾ ਦੀ ਤਾਕਤ ਦਿਮਾਗ ਦੇ ਉੱਤੇ ਹਾਵੀ ਨਾ ਹੋਵੇ। ਇੰਨਾ ਹੀ ਨਹੀਂ, ਸੁਪਰੀਮ ਕੋਰਟ ਨੇ ਉਸ TV ਚੈਨਲ ਨੂੰ ਵੀ ਝਾੜ ਪਾਈ ਜਿਸ ਦੇ ਡਿਬੇਟ ਦੇ ਵਿੱਚ ਨੂਪੁਰ ਸ਼ਰਮਾ ਨੇ ਵਿਵਾਦਿਤ ਬਿਆਨ ਦਿੱਤਾ ਸੀ। ਕੋਰਟ ਨੇ ਪੁੱਛਿਆ ਕਿ ਜੇਕਰ ਚੈਨਲ ਦੇ ਐਂਕਰ ਨੇ ਭੜਕਾਉਣ ਦਾ ਕੰਮ ਕੀਤਾ ਤਾਂ ਉਸ ਦੇ ਖਿਲਾਫ ਕੇਸ ਕਿਉਂ ਦਰਜ ਨਹੀਂ ਕੀਤਾ ਜਾਣਾ ਚਾਹੀਦਾ। ਸੁਪਰੀਮ ਕੋਰਟ ਨੇ ਨੂਪੁਰ ਨੂੰ ਕਰੜੇ ਹੱਥੀ ਲੈਂਦੇ ਹੋਏ ਕਿਹਾ, ਤੁਹਾਡੀ ਵਜ੍ਹਾ ਨਾਲ ਦੇਸ਼ ਦੀ
ਸਥਿਤੀ ਵਿਗੜੀ ਹੋਈ ਹੈ। ਤੁਸੀਂ ਦੇਰ ਦੇ ਨਾਲ ਮਾਫੀ ਮੰਗੀ, ਉਹ ਵੀ ਸ਼ਰਤ ਦੇ ਨਾਲ ਕਿ ਜੇਕਰ ਕਿਸੇ ਦੀਆਂ ਭਾਵਨਾਵਾਂ ਆਹਤ ਹੋਈਆਂ ਤਾਂ ਬਿਆਨ ਵਾਪਸ ਲੈਂਦੀ ਹਾਂ। ਕੋਰਟ ਨੇ ਦਿੱਲੀ ਪੁਲਿਸ ਨੂੰ ਵੀ ਕਰੜੇ ਹੱਥੀ ਲੈਂਦੇ ਹੋਏ ਕਿਹਾ ਕਿ ਜੇਕਰ ਨੂਪੁਰ ਦੇ ਖਿਲਾਫ ਪਹਿਲੀ FIR ਦਿੱਲੀ ਦੇ ਵਿੱਚ ਦਰਜ ਹੋਈ ਤਾਂ ਉਸ ਦੇ ਉੱਤੇ ਕਾਰਵਾਈ ਕੀ ਹੋਈ। ਕਾਬਿਲੇ ਗੌਰ ਇੱਥੇ ਵੀ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਸਖਤ ਟਿੱਪਣੀਆਂ ਕੀਤੀਆਂ ਗਈਆਂ ਤੇ ਕੁਝ ਪਟੀਸ਼ਨ ਸੁਪਰੀਮ ਕੋਰਟ ਦੁਬਾਰਾ ਪਹੁੰਚ ਗਈਆਂ ਤੇ ਕਿਹਾ ਗਿਆ ਕਿ ਇਹ ਟਿੱਪਣੀਆਂ ਵਾਪਸ ਲਈਆਂ ਜਾਣ, ਉਸ ਦੇ ਉੱਤੇ ਵੀ ਸੁਣਵਾਈ ਹੋਏਗੀ। ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਖਬਰ ਹੈ ਸਰਹੱਦੀ ਜ਼ਿਲ੍ਹੇ ਤੋਂ, ਖਬਰ ਹੈ ਦੀਨਾਨਗਰ ਤੋਂ। ਜੀ ਹਾਂ, ਦੀਨਾਨਗਰ ਦੇ ਵਿੱਚ ਤਕਰੀਬਨ 17 ਕਿਲੋ ਹੈਰੋਇਨ ਯਾਨੀ ਕਿ 80 ਕਰੋੜ ਤੋਂ ਵੱਧ ਦੀ ਹੈਰੋਇਨ ਫੜੀ ਗਈ ਹੈ ਤੇ ਹੈਰੋਇਨ ਲੁਕਾਉਣ ਦਾ ਤਰੀਕਾ ਵੀ ਬਿਲਕੁਲ ਨਵਾਂ ਲੱਭਿਆ ਗਿਆ ਹੈ। ਬਹੁਤ ਮੁਸ਼ਕਿਲ ਦੇ ਨਾਲ ਪੁਲਿਸ ਨੇ ਕਾਬੂ ਕੀਤੀ। ਕਿਵੇਂ ਔਰ ਕੀ ਸੀ ਤਰੀਕਾ, ਦੇਖੋ। ਤੇ ਤਰੀਕਾ ਲੱਭਿਆ ਗਿਆ ਮਹਿੰਗੀ ਗੱਡੀਆਂ ਦੇ ਸਟੀਰੀਓ ਸਿਸਟਮ ਦੇ ਵਿੱਚ 80 ਕਰੋੜ ਦੀ ਹੈਰੋਇਨ ਲੁਕਾਉਣ ਦਾ, ਉਹ ਵੀ ਨਵੇਂ ਤਰੀਕੇ ਨਾਲ 8-8 ਪੈਕੇਟ ਦੋਵੇਂ ਗੱਡੀਆਂ ਦੇ ਵਿੱਚ ਰੱਖੇ ਗਏ ਸਨ। ਮਿਊਜ਼ਿਕ ਸਿਸਟਮ ਦੇ ਪਿੱਛੇ ਇੱਕ ਖਾਨਾ ਬਣਾ ਕੇ ਇਹਨਾਂ ਪੈਕੇਟਸ ਨੂੰ ਰੱਖਿਆ ਗਿਆ ਸੀ ਤੇ ਇਹਨਾਂ ਪੈਕੇਟਸ ਦੇ ਵਿੱਚ 16 ਕਿਲੋ 800 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। 4 ਮੁਲਜ਼ਮ ਵੀ ਕਾਬੂ ਕੀਤੇ ਗਏ ਨੇ। 4 ਵਿਅਕਤੀ ਅਸੀਂ ਅਰੈਸਟ ਕੀਤੇ ਨੇ। ਇਹ ਜ਼ਰੂਰ ਹੈ ਕਿ ਹਲੇ ਤੱਕ ਇਹ ਚੀਜ਼ ਪੱਕੀ ਹੈ ਵੀ ਇਹ ਨਸ਼ਾ ਤਸਕਰ ਨੇ। ਮੁਲਜ਼ਮਾਂ ਮੁਤਾਬਕ ਉਹ ਪਹਿਲਾਂ ਵੀ 2 ਵਾਰ ਨਸ਼ਾ ਲਿਆ ਚੁੱਕਿਆ ਹੈ ਤੇ ਜੰਮੂ ਕਸ਼ਮੀਰ ਦੇ ਨੇੜਲੇ ਇਲਾਕਿਆਂ ਦੇ ਵਿੱਚੋਂ ਨਸ਼ਾ ਲੈ ਕੇ ਆਏ ਸਨ ਤੇ ਇੱਥੇ ਮਲਕੀਤ ਸਿੰਘ ਨਾਮ ਦੇ ਸ਼ਖਸ ਨੂੰ ਇਹਨਾਂ ਨੇ ਇਹ ਨਸ਼ੇ ਦੀ ਖੇਪ ਦੇਣੀ ਸੀ। ਸਰ 16 ਕਿਲੋ। ਇਸ ਤੋਂ ਪਹਿਲੇ ਕਿੰਨੀ ਵਾਰੀ ਉੱਥੋਂ J&K ਤੋਂ ਲਿਆਏ ਹੋ ਤੁਸੀਂ? 2 ਵਾਰਾਂ ਤੇ 20 ਇਹ ਤੀਸਰੀ ਵਾਰੀ ਸੀ। ਨਸ਼ੇ ਦੇ ਸੌਦਾਗਰ ਨਸ਼ੇ ਦੀ ਸਪਲਾਈ ਕਰਨ ਦੇ ਲਈ ਨਵੇਂ ਤਰੀਕੇ ਲੱਭਦੇ ਨੇ ਤੇ ਇਸ ਮਾਮਲੇ ਦੇ ਵਿੱਚ ਮੁਲਜ਼ਮ ਦੇ ਵੱਲੋਂ ਨਾਮ ਲਏ ਵਿਅਕਤੀ ਦੇ ਘਰ ਵੀ ਪੁਲਿਸ ਨੇ ਰੇਡ ਕੀਤੀ ਪਰ ਮੁਲਜ਼ਮ ਫਰਾਰ ਸੀ। ਅੱਗੇ ਵਧਦੇ ਹਾਂ ਤੇ ਕੁਝ ਨਵੇਂ ਤਰੀਕੇ ਨਾਲ ਜ਼ਰੂਰ ਨਜ਼ਰ ਆ ਰਹੇ ਨੇ। ਚੁਣੌਤੀਆਂ ਵੱਡੀਆਂ ਹੋ ਜਾਂਦੀਆਂ ਨੇ ਜਦੋਂ ਬਰਾਮਦਗੀ ਕੀਤੀ ਜਾਂਦੀ ਹੈ ਜਾਂ ਫਿਰ ਨਸ਼ੇ ਦੇ ਖਿਲਾਫ ਐਕਸ਼ਨ ਲਿਆ ਜਾਂਦਾ ਹੈ। ਹੁਣ ਅੱਗੇ ਵਧਦੇ ਹਾਂ ਤੇ ਇੱਕ ਪਾਸੇ ਗੈਂਗਸਟਰ ਐਕਟਿਵ ਪੰਜਾਬ ਦੇ ਵਿੱਚ ਨਜ਼ਰ ਆ ਰਹੇ ਨੇ। ਸਿੱਧੂ ਮੂਸੇਵਾਲਾ ਦਾ ਕਤਲ ਹੋਇਆ, ਉਸ ਤੋਂ ਬਾਅਦ ਧਮਕੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਉੱਥੇ ਪੁਲਿਸ ਵੀ ਇਹਨਾਂ ਗੈਂਗਸਟਰਸ ਦੇ ਉੱਤੇ ਨਕੇਲ ਕੱਸ ਰਹੀ। ਤੇ ਗੈਂਗਸਟਰ ਸੁਖਾ ਦੁੰਨੇਕੇ ਦਾ ਰੰਗਦਾਰੀ ਮੋਡਿਊਲ ਨੂੰ ਬੇਨਕਾਬ ਕੀਤਾ ਗਿਆ ਹੈ। ਲੁਧਿਆਣਾ ਪੁਲਿਸ ਨੇ ਵੀਰਵਾਰ ਨੂੰ ਇਸ ਗੈਂਗ ਦੇ 7 ਮੈਂਬਰਾਂ ਨੂੰ ਕਾਬੂ ਕੀਤਾ ਤੇ ਇਹਨਾਂ ਦੇ ਕੋਲੋਂ 4 ਪਿਸਤੌਲਾਂ ਤੇ ਕਾਰਤੂਸ ਵੀ ਬਰਾਮਦ ਕੀਤੇ। ਇਹਨਾਂ ਨੇ ਉਦਯੋਗਪਤੀ ਸੁਭਾਸ਼ ਅਰੋੜਾ ਤੋਂ 3 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਸੀ ਅਤੇ 15 ਜੂਨ ਨੂੰ ਉਸ ਦੇ ਉੱਤੇ ਫਾਇਰਿੰਗ ਵੀ ਹੋਈ ਸੀ। ਬਲਦੇਵ ਚੌਧਰੀ ਨਾਂ ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਸੀ ਜਿਹੜੇ ਕੋਲੋਂ 2 ਵੈਪਨ ਰਿਕਵਰ ਹੋਏ ਸੀ ਔਰ ਉਹਦੀ ਪੁੱਛਗਿੱਛ ਵਿੱਚ ਇਹ ਚੀਜ਼ ਸਾਹਮਣੇ ਆਈ ਕਿ ਟਿੰਡਾ ਦੇ ਕੋਲੋਂ ਇੱਕ ਫਾਰਚੂਨਰ ਸਵਾਰ ਵਿਅਕਤੀਆਂ ਨੂੰ ਕੁਝ ਹਥਿਆਰ ਡਿਲੀਵਰ ਕੀਤੇ ਗਏ। ਇਲਜ਼ਾਮ ਨੇ ਕਿ ਇਹਨਾਂ ਸੱਤਾਂ ਨੇ ਵੀ ਫਾਇਰਿੰਗ ਕੀਤੀ ਸੀ ਤੇ ਇਹਨਾਂ ਨੂੰ ਹੈਂਡਲ ਕੈਨੇਡਾ ਦੇ ਵਿੱਚ ਬੈਠਾ ਸੁਖਾ ਦੁੰਨੇਕੇ ਤੇ ਮਲੇਸ਼ੀਆ ਦੇ ਵਿੱਚ ਬੈਠਾ ਮਨਦੀਪ ਕਰ ਰਿਹਾ ਹੈ ਤੇ ਇਸ ਦੇ ਵਿੱਚ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਬੰਦ ਅਰਸ਼ਦੀਪ ਅਰਸ਼ੀ ਦਾ ਨਾਮ ਵੀ ਆ ਰਿਹਾ ਹੈ। ਤਾਂ ਪੁਲਿਸ ਐਕਸ਼ਨ ਕਰ ਰਹੀ ਹੈ ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਲੁਧਿਆਣਾ ਪੁਲਿਸ ਨੇ ਇੱਕ ਮੋਡਿਊਲ ਦਾ ਵੀ ਪਰਦਾਫਾਸ਼ ਕੀਤਾ ਤੇ 7 ਗੈਂਗਸਟਰਾਂ ਨੂੰ ਵੀ ਦਬੋਚਿਆ। ਲਖਵੀਰ ਸਿੰਘ ਉਰਫ ਵਿੱਕੀ ਪਿੰਡ ਸਮਰਾਲਾ ਲੁਧਿਆਣਾ ਦਾ ਰਹਿਣ ਵਾਲਾ ਹੈ। ਲਵਪ੍ਰੀਤ ਸਿੰਘ ਉਰਫ ਦੇਸੀ ਪਿੰਡ ਮਹਲ ਖੁਰਦ ਬਰਨਾਲਾ ਦਾ ਰਹਿਣ ਵਾਲਾ ਹੈ। ਹਰਵਿੰਦਰ ਸਿੰਘ ਸੰਤ ਉੱਤਰਦੇਵ ਨਗਰ ਬਰਨਾਲਾ ਦਾ, ਸਤਨਾਮ ਸਿੰਘ ਉਰਫ ਸੱਤੀ ਬਰਨਾਲਾ ਦਾ, ਸ਼ੁਭਮ ਬਰਨਾਲਾ ਦਾ, ਦਿਲਪ੍ਰੀਤ ਸਿੰਘ ਉਰਫ ਪੀਟਾ ਸਰਪੰਚ ਪਿੰਡ ਨੱਤ ਸਾਨੇਵਾਲ ਦਾ ਤਾਂ ਉੱਥੇ ਮਨਪ੍ਰੀਤ ਪਿੰਡ ਨੱਤ ਸਮਰਾਲਾ ਦਾ ਦੱਸਿਆ ਜਾ ਰਿਹਾ ਹੈ। ਅਸੀਂ ਬਲਦੇਵ ਚੌਧਰੀ ਨਾਂ ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਸੀ ਜਿਹੜੇ ਕੋਲੋਂ 2 ਵੈਪਨ ਰਿਕਵਰ ਹੋਏ ਸੀ ਔਰ ਉਹਦੀ ਪੁੱਛਗਿੱਛ ਵਿੱਚ ਇਹ ਚੀਜ਼ ਸਾਹਮਣੇ ਆਈ ਕਿ ਟਿੰਡਾ ਦੇ ਕੋਲੋਂ ਇੱਕ ਫਾਰਚੂਨਰ ਸਵਾਰ ਵਿਅਕਤੀਆਂ ਨੂੰ ਕੁਝ ਹਥਿਆਰ ਡਿਲੀਵਰ ਕੀਤੇ ਗਏ। ਪੁਲਿਸ ਨੇ ਇਹਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਸਨ ਜਿਨ੍ਹਾਂ ਦੇ ਵਿੱਚ 4 ਪਿਸਤੌਲ, 32 ਬੋਰ ਦੀ 5 ਮੈਗਜ਼ੀਨ, 36 ਰੌਂਦ ਤੇ 1 ਲੱਖ ਤੋਂ ਵੱਧ ਦਾ ਕੈਸ਼ ਹੈ। ਨਾਲ ਹੀ ਇਹਨਾਂ ਦੇ ਕੋਲੋਂ 7 ਮੋਬਾਈਲ ਫੋਨ ਅਤੇ 2 ਵਾਈਫਾਈ ਡਿਵਾਈਸਿਸ ਵੀ ਮਿਲੀਆਂ ਨੇ। ਤਾਂ ਪੁਲਿਸ ਦੇ ਵੱਲੋਂ ਐਕਸ਼ਨ ਕੀਤਾ ਜਾ ਰਿਹਾ ਔਰ ਗ੍ਰਿਫਤਾਰੀਆਂ ਵੀ ਲਗਾਤਾਰ ਤੇ ਬਰਾਮਦਗੀਆਂ ਵੀ ਹੋ ਰਹੀਆਂ ਨੇ। ਇੱਕ ਪਾਸੇ ਗੈਂਗਸਟਰ ਚੰਡੀਗੜ੍ਹ ਦੇ ਆਲੇ ਦੁਆਲੇ ਰੁਕ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ, ਉੱਥੇ ਪੰਜਾਬ ਪੁਲਿਸ ਵੀ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ। ਤੇ ਖਰੜ ਦੀ ਅਮਾਇਰਾ ਗ੍ਰੀਨ ਸੁਸਾਇਟੀ ਦੇ ਵਿੱਚ ਪੁਲਿਸ ਨੇ ਚੈਕਿੰਗ ਮੁਹਿੰਮ ਚਲਾਈ। ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਨੂੰ ਲੈ ਕੇ ਪੁਲਿਸ ਨੇ ਪੁੱਛ ਪੜਤਾਲ ਕੀਤੀ ਤੇ ਵਾਹਨਾਂ ਦੀ ਚੈਕਿੰਗ ਕੀਤੀ, ਜਿਸ ਦੌਰਾਨ ਪੁਲਿਸ ਨੇ 12 ਸ਼ੱਕੀ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਅਤੇ ਕਈ ਗੱਡੀਆਂ ਵੀ ਜ਼ਬਤ ਕੀਤੀਆਂ ਜੋ ਕਈ ਦਿਨਾਂ ਤੋਂ ਲਵਾਰਸ ਖੜੀਆਂ ਸਨ। ਤੇ ਦੌਰਾਨੇ ਚੈਕਿੰਗ ਸਾਨੂੰ 10-12 ਸਸਪੈਕਟ ਲੜਕੇ ਮਿਲੇ ਨੇ ਜਿਨ੍ਹਾਂ ਨੂੰ ਅਸੀਂ ਵੈਰੀਫਾਈ ਕਰਨ ਲਈ ਥਾਣੇ ਲੈ ਕੇ ਗਏ ਹਾਂ ਜੀ ਬਿਲਕੁਲ ਇੱਕ 4 ਵੀਲਰ ਗੱਡੀ ਹੈ ਜੀ, 4 ਨੰਬਰ ਹੈਗੀ ਹੈ ਹੋਂਡਾ ਦੀ, ਅਸੀਂ ਉਹ ਰਾਉਂਡ ਅਪ ਕੀਤੀ ਹੈਗੀ ਹੈ ਜੀ।
ਇਹ ਕੋਈ ਪਹਿਲਾ ਮਾਮਲਾ ਨਹੀਂ ਪੁਲਿਸ ਨੇ ਸ਼ੱਕੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਹੋਵੇ। ਇਸ ਤੋਂ ਵੀ ਪਹਿਲਾਂ ਮੋਹਾਲੀ ਅਤੇ ਖਰੜ ਦੀਆਂ ਵੱਡੀਆਂ ਸੁਸਾਇਟੀਆਂ ਦੇ ਵਿੱਚ ਚੈਕਿੰਗ ਪੁਲਿਸ ਕਰ ਚੁੱਕੀ ਹੈ। ਤਾਂ ਪੁਲਿਸ ਦੇ ਵੱਲੋਂ ਚੈਕਿੰਗ ਤਾਂ ਕੀਤੀ ਜਾ ਰਹੀ ਹੈ, ਪਰ ਇਸ ਸਭ ਦੇ ਵਿਚਾਲੇ ਤੁਹਾਨੂੰ ਵੀ ਧਿਆਨ ਰੱਖਣਾ ਹੋਵੇਗਾ ਕਿ ਜੇਕਰ ਤੁਸੀਂ ਕਿਰਾਏਦਾਰ ਕੋਈ ਘਰ ਦੇ ਵਿੱਚ ਰੱਖਦੇ ਹੋ ਤਾਂ ਉਸ ਦੀ ਵੈਰੀਫਿਕੇਸ਼ਨ ਜ਼ਰੂਰੀ ਹੈ। ਜੇਕਰ ਵੈਰੀਫਿਕੇਸ਼ਨ ਨਹੀਂ ਹੋਈ, ਪੁਲਿਸ ਪਹੁੰਚਦੀ ਹੈ ਤਾਂ ਸਵਾਲ ਜਵਾਬ ਤਾਂ ਫਿਰ ਤੁਹਾਨੂੰ ਵੀ ਹੋਣਗੇ। ਯਾਨੀ ਜੇਕਰ ਘਰ ਦੇ ਵਿੱਚ ਕੋਈ ਕਿਰਾਏਦਾਰ ਹੈ ਤੇ ਵੈਰੀਫਿਕੇਸ਼ਨ ਨਹੀਂ ਹੋਈ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਚੰਡੀਗੜ੍ਹ ਦੇ ਸੈਕਟਰ 16 ਦੇ ਸਰਕਾਰੀ ਹਸਪਤਾਲ ਦੇ ਵਿੱਚ ਜੰਮ ਕੇ ਹੰਗਾਮਾ ਹੋ ਗਿਆ। ਇੱਕ ਪਰਿਵਾਰ ਨੇ ਮ੍ਰਿਤਕ ਦੇ ਨਾਂ ਦੇਣ ਦਾ ਇਲਜ਼ਾਮ ਲਗਾਉਂਦੇ ਹੋਏ ਹਸਪਤਾਲ ਦੇ ਵਿੱਚ ਬਵਾਲ ਕਰ ਦਿੱਤਾ। ਪਰਿਵਾਰ ਵਾਲਿਆਂ ਨੇ ਜ਼ਬਰਦਸਤੀ ਲਾਸ਼ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਪੁਲਿਸ ਨੇ ਰੋਕਿਆ ਤਾਂ ਐਮਰਜੈਂਸੀ ਦਾ ਗੇਟ ਤੋੜ ਦਿੱਤਾ ਗਿਆ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਲਾਸ਼ ਲੈ ਕੇ ਜਾ ਰਹੀ ਐਂਬੂਲੈਂਸ ਨੂੰ ਰੋਕਣਾ ਚਾਹਿਆ ਤਾਂ ਫਿਰ ਪਰਿਵਾਰ ਵਾਲੇ ਪੁਲਿਸ ਦੇ ਨਾਲ ਭਿੜ ਗਏ। ਇਸ ਤੋਂ ਬਾਅਦ ਕਾਫੀ ਦੇਰ ਤੱਕ ਹੰਗਾਮਾ ਹੁੰਦਾ ਰਿਹਾ। ਪੁਲਿਸ ਨੇ ਮ੍ਰਿਤਕ ਦੇਹ ਨੂੰ ਐਂਬੂਲੈਂਸ ਤੋਂ ਕਢਵਾ ਕੇ ਮੋਰਚਰੀ ਦੇ ਵਿੱਚ ਰਖਵਾ ਦਿੱਤਾ। ਜਾਣਕਾਰੀ ਦੇ ਮੁਤਾਬਕ ਮ੍ਰਿਤਕ ਦੇ ਉਨਾਵ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਦੀ ਸੀ, ਜੋ ਚੰਡੀਗੜ੍ਹ ਦੇ ਵਿੱਚ ਮਾਲੀ ਦਾ ਕੰਮ ਕਰਦਾ ਸੀ। ਬੁੱਧਵਾਰ ਨੂੰ ਅਸ਼ੋਕ ਅਚਾਨਕ ਬੇਹੋਸ਼ ਹੋ ਗਿਆ। ਪਰਿਵਾਰ ਵਾਲੇ ਉਸ ਨੂੰ ਸੈਕਟਰ 16 ਦੇ ਹਸਪਤਾਲ ਲੈ ਕੇ ਪਹੁੰਚੇ। ਉਸ ਵੇਲੇ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪਰਿਵਾਰ ਦੇ ਲੋਕਾਂ ਨੇ ਖੁਦ ਮ੍ਰਿਤਕ ਦੇ ਮੋਰਚਰੀ ਦੇ ਵਿੱਚ ਪੋਸਟਮਾਰਟਮ ਦੇ ਲਈ ਰਖਵਾਇਆ। ਹਾਲਾਂਕਿ ਫਿਰ ਉਹਨਾਂ ਨੇ ਬਿਨਾਂ ਪੋਸਟਮਾਰਟਮ ਦੇ ਲੈ ਕੇ ਜਾਣ ਲੱਗੇ। ਇਸੇ ਵਜ੍ਹਾ ਨਾਲ ਉਹਨਾਂ ਨੂੰ ਰੋਕਿਆ ਗਿਆ। ਤਾਂ ਸਵਾਲ ਤਾਂ ਜ਼ਰੂਰ ਉੱਠਦੇ ਨੇ ਕਿ ਜੇਕਰ ਸ਼ੱਕੀ ਹਾਲਾਤ ਦੇ ਵਿੱਚ ਮੌਤ ਹੋਈ ਹੈ ਤਾਂ ਪੋਸਟਮਾਰਟਮ ਤੋਂ ਇਨਕਾਰ ਪਰਿਵਾਰ ਕਿਉਂ ਕਰ ਰਿਹਾ ਸੀ। ਖੈਰ, ਜੋ ਇੱਕ ਪ੍ਰੋਸੈਸ ਹੁੰਦਾ ਹੈ, ਇੱਕ ਪ੍ਰਕਿਰਿਆ ਹੁੰਦੀ ਹੈ, ਉਹ ਵੀ ਜ਼ਰੂਰੀ ਹੁੰਦੀ ਹੈ। ਤੇ ਸਭ ਦੇ ਵਿਚਾਲੇ ਜਿਹੜਾ ਹਸਪਤਾਲ ਦੇ ਵਿੱਚ ਹੰਗਾਮਾ ਕਰ ਦਿੱਤਾ ਗਿਆ, ਉੱਥੇ ਜਿਹੜੇ ਹੋਰ ਲੋਕ ਪਹੁੰਚੇ ਹੋਏ ਸੀ, ਮਰੀਜ਼ ਜਾਂ ਫਿਰ ਉਹਨਾਂ ਦੇ ਤਿਮਾਰਦਾਰ, ਉਹਨਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹੁਣ ਖਬਰ ਫਾਜ਼ਿਲਕਾ ਤੋਂ, ਸਰਹੱਦੀ ਜ਼ਿਲ੍ਹੇ ਤੋਂ। ਫਾਜ਼ਿਲਕਾ ਦੇ ਬਾਦਾ ਪਿੰਡ ਦੇ ਵਿੱਚ ਮੋਟਰਾਰ ਮਿਲਣ ਦੇ ਨਾਲ ਸਨਸਨੀ ਫੈਲੀ। ਇਹ ਮੋਟਰਾਰ ਖੇਤ ਦੇ ਨਾਲ ਲੱਗਦੇ ਸੇਮ ਨਾਲੇ ਤੋਂ ਬਰਾਮਦ ਹੋਇਆ। ਖੇਤ ਦੇ ਵਿੱਚ ਕੰਮ ਕਰਦੇ ਸਮੇਂ ਕਿਸਾਨ ਦੀ ਇਸ ਦੇ ਉੱਤੇ ਨਜ਼ਰ ਗਈ, ਜਿਸ ਤੋਂ ਬਾਅਦ ਕਿਸਾਨ ਨੇ ਫੌਰਨ ਇਸ ਦੀ ਇਤਲਾਹ ਪੁਲਿਸ ਨੂੰ ਦਿੱਤੀ। ਪੁਲਿਸ ਨੇ ਫੌਰਨ ਮੌਕੇ ਦੇ ਉੱਤੇ ਬੰਬ ਨਿਰੋਧਕ ਦਸਤੇ ਨੂੰ ਵੀ ਸੱਦਿਆ, ਜਿਸ ਨੇ ਮੋਟਰਾਰ ਨੂੰ ਕਬਜ਼ੇ ਦੇ ਵਿੱਚ ਲੈ ਕੇ ਆਬਾਦੀ ਵਾਲੇ ਇਲਾਕੇ ਤੋਂ ਕੱਢ ਕੇ ਖਾਲੀ ਥਾਂ ਅਤੇ ਸੁਰੱਖਿਅਤ ਥਾਂ ਦੇ ਉੱਤੇ ਰੱਖਿਆ। ਜੀਤ ਸਿੰਘ ਦਾ ਖੇਤ ਹੈ, ਉਹ ਆਪਣੇ ਖੇਤ ਦੇ ਵਿੱਚ ਹਲ ਚਲਾ ਰਿਹਾ ਸੀ, ਝੋਨਾ ਲਾਉਣ ਲਈ ਬਾਹਰ ਆਇਆ ਸੀ ਤੇ ਉਹਦੇ ਖੇਤ 'ਚ ਵੀ ਸਾਨੂੰ ਕਹਿੰਦੇ ਵੀ ਕੋਈ ਬੰਬਨੁਮਾ ਚੀਜ਼ ਮਿਲੀ ਹੈ। ਮੈਂ ਤੇ ਐਸਐਚਓ ਸਾਹਿਬ ਮੌਕਾ ਤੇ ਪਹੁੰਚੇ। ਇੱਕ ਬੰਬਨੁਮਾ ਚੀਜ਼ ਸੀ ਜਿਹਨੂੰ ਅਸੀਂ ਸੇਫਲੀ ਚੱਕ ਕੇ ਇੱਕ ਸੇਫ ਜਗ੍ਹਾ ਤੇ ਰੱਖਤਾ। ਫਾਜ਼ਿਲਕਾ ਪੰਜਾਬ ਦਾ ਇੱਕ ਸਰਹੱਦੀ ਜ਼ਿਲ੍ਹਾ ਹੈ। ਇੱਥੇ ਅਕਸਰ ਪੁਰਾਣੇ ਬੰਬ ਮਿਲਦੇ ਨੇ। ਇਹਨਾਂ ਦੇ ਵਿੱਚ ਜ਼ਿਆਦਾਤਰ ਬੰਬ ਜਾਂ ਮੋਟਰਾਰ 1965 ਅਤੇ 1971 ਦੀ ਲੜਾਈ ਦੇ ਸਮੇਂ ਦੇ ਦੱਸੇ ਜਾਂਦੇ ਹੁੰਦੇ ਨੇ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਖਬਰ ਸੰਗਰੂਰ ਤੋਂ ਹੈ। ਦੇਸ਼ ਵਿਰੋਧੀ ਨਾਅਰੇ ਲਿਖਣ ਵਾਲੇ 3 ਮੁਲਜ਼ਮਾਂ ਨੂੰ ਸੰਗਰੂਰ ਪੁਲਿਸ ਨੇ ਗ੍ਰਿਫਤਾਰ ਕੀਤਾ। ਤਿੰਨਾਂ ਦੇ ਉੱਤੇ ਇਲਜ਼ਾਮ ਹੈ ਕਿ 19 ਜੂਨ ਨੂੰ ਕਾਲੀ ਮਾਤਾ ਦੇ ਮੰਦਿਰ ਦੀ ਦੀਵਾਰ ਦੇ ਉੱਤੇ ਅਤੇ 26 ਜੂਨ ਨੂੰ ਸਰਕਾਰੀ ਦਫ਼ਤਰ ਦੀ ਦੀਵਾਰ ਦੇ ਉੱਤੇ ਇਹਨਾਂ ਨੇ ਹੀ ਖਾਲਿਸਤਾਨ ਸਮਰਥਨ ਦੇ ਵਿੱਚ ਨਾਅਰੇ ਲਿਖੇ ਸਨ, ਜਿਸ ਦੀ ਜ਼ਿੰਮੇਵਾਰੀ ਐਸਐਫਜੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਲਈ ਸੀ। ਇਸ ਘਟਨਾ ਤੋਂ ਬਾਅਦ ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਸੰਗਰੂਰ ਦੇ ਐਸਐਸਪੀ ਮਨਦੀਪ ਸਿੱਧੂ ਅਤੇ ਸੀਐਮ ਭਗਵੰਤ ਮਾਨ ਨੂੰ ਵੀ ਧਮਕੀ ਦਿੱਤੀ ਸੀ। 19 ਜੂਨ ਨੂੰ ਕਰਨਾਲ ਵਿਖੇ ਵੀ ਇਵੇਂ ਇਹਦੇ 'ਚ ਲਿਖੇ ਸੀ। 3 ਜਾਣੇ ਅਸੀਂ ਉਹਦੇ 'ਚ ਅਰੈਸਟ ਕੀਤੇ। ਮਾਨਯੋਗ ਅਦਾਲਤ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਲਵਾਂਗੇ। ਅੱਗੇ ਤਫਤੀਸ਼ ਦੀ ਵੱਖ-ਵੱਖ ਜਿਹੜੀਆਂ ਸਾਡੇ ਜਿਹੜੇ ਹੈੱਡਕੁਆਟਰਸ ਦੇ ਵਿੱਚੋਂ ਕਈ ਇਨਪੁਟਸ ਸਾਨੂੰ ਮਿਲੀਆਂ ਸੀ ਜਾਂ ਅਸੀਂ ਉਹਦੇ 'ਤੇ ਉਹ ਸਾਰੇ ਉਹਦੇ 'ਤੇ ਵਰਕਆਊਟ ਕਰਨਗੇ। ਪੰਨੂ ਦੀ ਗਿੱਦੜ ਧਮਕੀ ਤੋਂ ਬਾਅਦ ਤੋਂ ਪੁਲਿਸ ਮੁਲਜ਼ਮਾਂ ਨੂੰ ਭਾਲ ਰਹੀ ਹੈ। ਸ਼ਹਿਰ ਦੇ ਵੱਖ-ਵੱਖ ਥਾਵਾਂ ਦੇ ਉੱਤੇ ਸੀਸੀਟੀਵੀ ਫੁਟੇਜ ਖੰਗਾਲਣ ਤੋਂ ਬਾਅਦ ਪੁਲਿਸ ਮੁਲਜ਼ਮਾਂ ਤੱਕ ਪਹੁੰਚੀ। ਤਾਂ ਨਾਅਰੇ ਤਾਂ ਲਿਖੇ ਜਾ ਰਹੇ ਨੇ, ਪਰ ਨਾਅਰਿਆਂ ਦੀ ਵਜ੍ਹਾ ਦੇ ਨਾਲ ਪੁਲਿਸ ਐਕਸ਼ਨ ਵੀ ਕਰ ਰਹੀ ਹੈ। ਪਰ ਇਸ ਸਭ ਦੇ ਵਿਚਾਲੇ ਸਵਾਲ ਇਹ ਵੀ ਹੈ ਕਿ ਇਹਨਾਂ ਨਾਅਰਿਆਂ ਦੇ ਨਾਲ ਫਰਕ ਕੀ ਪੈ ਰਿਹਾ ਹੈ। ਕਿ ਵਾਕਈ ਹੀ ਇਹ ਪੂਰਾ ਮਕਸਦ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ। ਪਰ ਪੰਜਾਬ ਦੇ ਲੋਕ ਬਹੁਤ ਸਮਝਦਾਰ ਨੇ ਔਰ ਖਾਸ ਤੌਰ ਤੇ ਜਿਸ ਤਰੀਕੇ ਨਾਲ ਭਾਈਚਾਰਕ ਸਾਂਝ ਹੈ, ਤਾਂ ਇਸ ਸਭ ਦੇ ਵਿਚਾਲੇ ਇਸ ਨਾਅਰਿਆਂ ਨੂੰ ਲੈ ਕੇ ਪੁਲਿਸ ਐਕਸ਼ਨ ਜ਼ਰੂਰ ਕਰ ਰਹੀ ਹੈ। ਅਗਲੀ ਖਬਰ ਦਾ ਰੁਖ ਕਰਾਂਗੇ, ਪਰ ਉਸ ਤੋਂ ਪਹਿਲਾਂ ਅੱਗੇ ਤੁਹਾਨੂੰ ਦਿਖਾਣ ਕੀ ਜਾ ਰਿਹਾ ਉਹ ਦਿਖਾਣੇ ਆ। ਮੋਹਾਲੀ ਦੇ ਵਿੱਚ ਇੱਕ ਬੈਡਮਿੰਟਨ ਦਾ ਟੂਰਨਾਮੈਂਟ ਚੱਲ ਰਿਹਾ ਸੀ ਤੇ ਟੂਰਨਾਮੈਂਟ ਦੇ ਦੌਰਾਨ ਹੀ ਜ਼ਬਰਦਸਤ ਹੰਗਾਮਾ ਹੋ ਗਿਆ। ਜਿਹੜੇ ਬੱਚਿਆਂ ਦੇ ਪੇਰੈਂਟਸ ਸੀ ਉਹ ਵੀ ਪਹੁੰਚ ਗਏ, ਧਰਨੇ ਦੇ ਉੱਤੇ ਬੈਠ ਗਏ। ਕਿਉਂ ਟੂਰਨਾਮੈਂਟ ਦੇ ਵਿੱਚ ਹੰਗਾਮਾ ਹੋਇਆ, ਆਖਿਰ ਕਿਉਂ ਇਸ ਤਰੀਕੇ ਦੇ ਨਾਲ ਉੱਥੇ ਵਿਵਾਦ ਖੜਾ ਹੋ ਗਿਆ, ਪੂਰਾ ਮਾਮਲਾ ਕੀ ਆ ਉਹ ਅੱਗੇ ਤੁਹਾਨੂੰ ਦੱਸਾਂਗੇ। ਪਰ ਇਸ ਵਿਚਾਲੇ ਅਸੀਂ ਹੁਣ ਰੁਕ ਕਰਾਂਗੇ 1 ਜੁਲਾਈ ਦੇ ਦਿਨ ਦਾ, 1 ਜੁਲਾਈ ਦੇ ਇਤਿਹਾਸ ਦਾ। 1 ਜੁਲਾਈ ਦਾ ਇਤਿਹਾਸ ਕੀ ਹੈ
ਉਹ ਤੁਹਾਨੂੰ ਦੱਸਣ ਜਾ ਰਿਹਾ ਹਾਂ। ਤੁਹਾਡੀ ਟੀਵੀ ਸਕਰੀਨ ਦੇ ਉੱਤੇ 1 ਜੁਲਾਈ ਦਾ ਇਤਿਹਾਸ ਇਹ ਹੈ ਕਿ ਸਟੇਟ ਬੈਂਕ ਆਫ ਇੰਡੀਆ ਦੀ ਸਥਾਪਨਾ ਹੋਈ ਸੀ। ਸਟੇਟ ਬੈਂਕ ਆਫ ਇੰਡੀਆ ਜਾਂ 1 ਜੁਲਾਈ 1955 ਨੂੰ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਦੀ ਸਥਾਪਨਾ ਹੋਈ। ਸਥਾਪਨਾ ਦਿਹਾੜੇ ਦੇ ਵਜੋਂ 1 ਜੁਲਾਈ ਨੂੰ ਸਟੇਟ ਬੈਂਕ ਆਪਣਾ ਇਹ ਦਿਹਾੜਾ ਮਨਾਉਂਦਾ ਹੈ। ਪਹਿਲੀ ਬ੍ਰਾਂਚ 1955 ਦੇ ਵਿੱਚ ਖੋਲੀ ਗਈ। ਇਹ ਵੀ ਤੁਹਾਨੂੰ ਦੱਸ ਦਈਏ ਕਿ 2021 ਤੱਕ ਦੇ ਜਿਹੜੇ ਅੰਕੜੇ ਨੇ, 2021 ਤੱਕ ਬੈਂਕ ਦੇ 491 ਮਿਲੀਅਨ ਗਾਹਕ ਨੇ ਸਟੇਟ ਬੈਂਕ ਆਫ ਇੰਡੀਆ ਦੇ। ਇਹ ਵੀ ਤੁਹਾਨੂੰ ਦੱਸ ਦਈਏ ਕਿ 2,60,000 ਮੁਲਾਜ਼ਮ ਸਟੇਟ ਬੈਂਕ ਦੇ ਵਿੱਚ ਕੰਮ ਕਰਦੇ ਨੇ। ਇਹ ਵੀ ਤੁਹਾਨੂੰ ਦੱਸ ਦਈਏ ਕਿ ਸਟੇਟ ਬੈਂਕ ਦੀਆਂ ਮੌਜੂਦਾ ਸਮੇਂ ਦੇ ਵਿੱਚ 22,500 ਬ੍ਰਾਂਚੇਸ ਨੇ। SBI ਦੇ 36 ਦੇਸ਼ਾਂ ਦੇ ਵਿੱਚ ਬ੍ਰਾਂਚਾਂ ਨੇ ਤੇ ਦੁਨੀਆ ਦਾ 43ਵਾਂ ਸਭ ਤੋਂ ਵੱਡਾ ਬੈਂਕ ਹੈ SBI। ਅਸੀਂ ਰੁਕ ਰਹੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਕੁਝ ਹੋਰ ਵੱਡੀਆਂ ਖਬਰਾਂ ਦੇ ਨਾਲ, ਪੰਜਾਬ ਦੀਆਂ ਹਰ ਅਹਿਮ ਖਬਰਾਂ ਦੇ ਨਾਲ ਤੁਹਾਨੂੰ ਜਾਣੂ ਕਰਵਾਵਾਂਗੇ ਛੋਟੇ ਜਿਹੇ ਬ੍ਰੇਕ ਤੋਂ ਬਾਅਦ।